ਵੱਡੀ ਵਧਾਈ ਦੀ ਬਾਤ ਅੱਜ ਜੋ ਹੋ ਗਈ ਹੈ। ਆਪਾਂ ਸਾਰੇ ਰਲ ਕੇ ਚੇਅਰਮੈਨ ਸਾਹਿਬ ਨੂੰ ਇਸ ਗੱਲ ਦੀ ਬਹੁਤ ਵੱਡੀ ਵਧਾਈ ਦਈਏ। ਕਿੰਤੂ ਪਰੰਤੂ ਬੜੀ ਹੁੰਦੀ ਹੈ, ਪਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸੰਸਾਰ ਦੀ ਪੰਥਕ ਜਮਾਤ ਹੈ, ਪੰਥ ਦੀ ਸਭ ਤੋਂ ਵੱਡੀ ਸੰਸਥਾ ਹੈ, ਤੇ ਫਿਰ ਉੱਥੇ ਤਾਂ ਸਭ ਤੋਂ ਵੱਡਾ ਰੋਲ ਸਿੱਖ ਮਿਸ਼ਨਰੀ ਕਾਲਜ ਦਾ ਹੋਣਾ ਚਾਹੀਦਾ ਹੈ। ਬਹੁਤ ਵੱਡੀ ਵਧਾਈ ਹੈ ਚੇਅਰਮੈਨ ਸਾਹਿਬ ਕਿ ਇਹ ਸ਼ੁਰੂਆਤ ਹੋਈ ਹੈ। ਅੱਜ ਉਸ ਗੁਰੂ ਦੇ ਦਰ ਤੇ ਜਾ ਕੇ ਅਸੀਂ ਸਾਂਝ ਪਾਈ ਹੈ, ਕਿਉਂਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਧਰਮ ਪ੍ਰਚਾਰ ਦੇ ਕੰਮ ਨੂੰ ਸਿਰ ਜੋੜ ਕੇ ਅਸੀਂ ਕਰਨਾ ਹੈ, ਤੇ ਫਿਰ ਅਸੀਂ ਮਿੱਤਰ ਦੁਸ਼ਮਣ ਉੱਚੇ ਨੀਵੇਂ ਦਾ ਕੋਈ ਖਿਆਲ ਨਹੀਂ ਕਰਨਾ। ਕੋਈ ਕੀ ਕਰਦਾ ਇਹ ਸਾਡੀ ਡਿਊਟੀ ਨਹੀਂ, ਸਾਡੀ ਡਿਊਟੀ ਹੈ ਸਾਂਝ ਕਰੀ ਜੇ ਗੁਣਾ ਕੇਰੀ ਛੋੜ ਅਵਗਣ। ਸਾਨੂੰ ਆਪਣਾ ਅਕੀਦਾ, ਆਪਣਾ ਨਿਸ਼ਾਨਾ ਪਤਾ ਹੋਣਾ ਚਾਹੀਦਾ, ਤੇ ਔਖੇ ਤੋਂ ਔਖੇ ਪਲੇਟਫਾਰਮ ਤੇ ਪਹੁੰਚਣਾ ਸਾਡਾ ਟਾਰਗੇਟ ਹੋਣਾ ਚਾਹੀਦਾ। ਸਾਡੇ ਅੰਦਰੋਂ ਮਿਠਾਸ ਪ੍ਰੇਮ ਹੋਣਾ ਚਾਹੀਦਾ ਕਿ ਅਸੀਂ ਕਿਸੇ ਤਰੀਕੇ ਵੀ ਉਸ ਥਾਂ ਤੇ ਜਾ ਕੇ ਆਪਣੀ ਬਾਤ ਪ੍ਰੇਮ ਨਾਲ ਕਹਿ ਕੇ ਕਿੰਨਿਆਂ ਨੂੰ ਕਲਾਵੇ ਵਿੱਚ ਲੈ ਸਕਿਆ, ਇਹ ਸਾਡੀ ਪ੍ਰਾਪਤੀ ਹੋਵੇ। ਇਹ ਤੇ ਦਾਤ ਗੁਰੂ ਦੀ ਅਸੀਂ ਵੰਡਣੀ ਹੈ, ਤੇ ਗੁਰੂ ਰਾਮਦਾਸ ਦੇ ਦਰ ਤੋਂ ਇਸ ਤੋਂ ਵੱਡੀ ਜਾਂਚ ਕੌਣ ਸਿੱਖ ਸਕਦਾ ਹੈ। ਜਦੋਂ ਬਾਬਾ ਸ਼੍ਰੀ ਚੰਦ ਜੀ ਗੁਰੂ ਪੁੱਤਰ ਹੋਣ ਦਾ ਅਭਿਮਾਨ ਲੈ ਕੇ ਆਉਂਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆਉਂਦੇ ਨੇ, ਜਦੋਂ ਉਹਨਾਂ ਨੂੰ ਮਖੌਲ ਕਰਕੇ ਆਖਦੇ ਨੇ ਕਿ ਏਡਾ ਲੰਬਾ ਦਾੜਾ ਕਿਸ ਲਈ ਵਧਾਇਆ ਹੋਇਆ ਹੈ, ਤੇ ਗੁਰੂ ਰਾਮਦਾਸ ਪਾਤਸ਼ਾਹ ਕੀ ਆਖਦੇ ਨੇ, ਆਪ ਜੇ ਗੁਰਸਿੱਖਾਂ ਦੇ ਚਰਨ ਝਾੜਨਗੇ। ਇਹ ਸਿੱਖਿਆਵਾਂ ਸਾਡੇ ਲਈ ਹਨ ਕਿ ਕਿਸੇ ਦੇ ਬੋਲ ਕਬੋਲ ਵੀ ਸਹਾਰਨੇ ਪੈਣ ਤਾਂ ਸਿੱਧੀ ਮੂੰਹ ਖੋਲੇ ਤੇ ਮੋਤੀ ਖੋਲੇ। ਕਿਉਂ? ਕਿਉਂਕਿ ਸਾਹਿਬ ਜੀਓ, ਪਤਾ ਨਹੀਂ ਕਦੋਂ ਇਹ ਬਖਸ਼ਿਸ਼ ਕਰਕੇ ਤੁਸੀਂ ਇਸ ਪਰਿਵਾਰ ਨਾਲ ਜੋੜ ਦਿੱਤਾ ਜਿਸ ਦੇ ਉੱਤੇ ਪੰਥ ਦੀ ਵੱਡੀ ਜ਼ਿੰਮੇਵਾਰੀ ਹੈ। ਤੇ ਅੱਜ ਸੰਸਾਰ ਵਿੱਚ ਜੇ ਸਿੱਖੀ ਦੀ ਬਾਤ ਥਾਂ ਥਾਂ ਨਹੀਂ ਪਹੁੰਚ ਸਕੀ, ਜੇ ਮੇਰੇ ਬਾਬੇ ਨਾਨਕ ਦਾ ਸੁਨੇਹਾ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ ਨਹੀਂ ਹੋ ਪਾਇਆ, ਤੇ ਇਹ ਜ਼ਿੰਮੇਵਾਰੀ ਸਾਡੀ। ਸਾਨੂੰ ਝੋਲੀ ਅੱਡ ਕੇ ਆਪਣੀ ਝੋਲੀ ਪਵਾ ਲੈਣੀ ਚਾਹੀਦੀ ਹੈ। ਸਾਨੂੰ ਆਪਣੀ ਝੋਲੀ ਪਵਾ ਕੇ ਆਪਣਾ ਟਾਰਗੇਟ ਲਿਖ ਕੇ ਚੇਅਰਮੈਨ ਸਾਹਿਬ ਨੂੰ ਦੇਣਾ ਚਾਹੀਦਾ ਹੈ ਕਿ ਮੈਂ ਇੱਕ ਮਾਣ ਨਾਲ ਗੱਲ ਕਰਾਂਗੀ, ਅੱਜ ਤੋਂ 20 ਸਾਲ ਪੁਰਾਣੀ ਗੱਲ ਹੈ। ਦੇਖੋ ਤੁਹਾਡੇ ਘਰ ਦੀ ਬਾਤ ਕਿੱਡੀ ਵੱਡੀ ਹੈ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। 20 ਸਾਲ ਪਹਿਲਾਂ ਮੇਰੀ ਬੱਚੀ ਇੰਗਲੈਂਡ ਵਿੱਚ ਪੜ੍ਹਦੀ ਸੀ, ਬਰਮਿੰਘਮ ਦੇ ਵਿੱਚ, ਤੇ ਮੈਂ ਉਹਨੂੰ ਮਿਲਣ ਗਈ ਤੇ ਉਹ ਥੋੜਾ ਕੀਰਤਨ ਕਰ ਲੈਂਦੀ ਹੁੰਦੀ ਸੀ, ਤੇ ਕਿਸੇ ਵੇਲੇ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਜਾ ਕੇ ਹਾਜ਼ਰੀ ਭਰ ਆਉਂਦੀ ਸੀ। ਮੈਂ ਉੱਥੇ ਗਈ ਤੇ ਸਾਨੂੰ ਬੈਡਫੋਰਡ ਤੋਂ ਬੁਲਾਵਾ ਆਇਆ। ਉਹਨਾਂ ਨੂੰ ਬੜਾ ਲੱਗਿਆ ਕਿ ਮੈਂ ਲੈਕਚਰ ਕਰ ਲੈਂਦੀ ਸੀ, ਬੱਚੀ ਕੀਰਤਨ ਕਰ ਲੈਂਦੀ। ਉਹ ਕਹਿੰਦੇ ਕਿ ਸਾਡੇ ਏਰੀਆ ਵਿੱਚ ਮੁਸਲਮਾਨਾਂ ਦੀ ਕਨਵਰਸ਼ਨ ਦਾ ਬਹੁਤ ਪ੍ਰਭਾਵ ਹੈ, ਬੱਚਿਆਂ ਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ, ਤੇ ਤੁਸੀਂ ਸਾਡੇ ਕੋਲ ਆਓ, ਇੱਕ ਦਿਨ ਅਸੀਂ ਤੁਹਾਡੇ ਨਾਲ ਸਾਂਝ ਪਾਣੀ। ਪਰ ਸਾਡਾ ਜਿਹੜੀ ਸੰਗਤ ਹੈ ਉਹ ਐਤਵਾਰ ਹੀ ਹੁੰਦੀ ਹੈ। ਅਸੀਂ ਐਤਵਾਰ ਉੱਥੇ ਗਏ, ਸ਼ਨੀਚਰਵਾਰ ਰਾਤ ਰਹੇ। ਉਸ ਪਰਿਵਾਰ ਦੇ ਨਾਲ ਸਵੇਰੇ ਗਏ, ਗੁਰੂ ਘਰ ਵਿੱਚ ਜਾ ਕੇ ਤਾਲਾ ਖੁੱਲਿਆ, ਬਿਲਕੁਲ ਚਰਚ ਦੇ ਸਿਸਟਮ, ਤਾਲਾ ਖੁੱਲਿਆ। ਗੁਰਸਿੱਖ ਪਰਿਵਾਰ ਆਏ, ਕੁਝ ਪਰਿਵਾਰ ਸਫਾਈਆਂ ਤੇ ਲੱਗ ਗਏ, ਕੁਝ ਪਰਿਵਾਰ ਲੰਗਰ ਚ ਲੱਗ ਗਏ, ਕੁਝ ਪਰਿਵਾਰਾਂ ਨੇ ਨਿਤਨੇਮ ਆਸਾ ਕੀ ਵਾਰ ਲਾਈ, ਉਸ ਤੋਂ ਬਾਅਦ ਕੀਰਤਨ ਕਥਾ ਸਭ ਪਰਿਵਾਰਾਂ ਨੇ ਮਿਲ ਕੇ ਕੀਤਾ। ਉੱਥੇ ਕੋਈ ਰਾਗੀ ਗਲਤੀ ਨਹੀਂ ਸੀ। ਜਦੋਂ ਸਾਰਾ ਪ੍ਰੋਗਰਾਮ ਨਿਪਟ ਗਿਆ, ਸਮਾਪਤੀ ਹੋ ਗਈ, ਤੇ ਉਹ ਮੈਨੂੰ ਗੁਰੂ ਘਰ ਦੀ ਫਸਟ ਫਲੋਰ ਵੀ ਏਦਾਂ ਹੀ ਦਿਖਾਉਣ ਲਈ ਲੈ ਗਏ। ਉੱਥੇ ਇੱਕ ਲਾਇਬ੍ਰੇਰੀ ਬਣੀ ਹੋਈ ਸੀ, ਗੁਰਮਤਿ ਲਿਟਰੇਚਰ ਸੀ, ਸਾਰਾ ਲਿਟਰੇਚਰ ਸਿੱਖ ਮਿਸ਼ਨਰੀ ਕਾਲਜ ਦਾ ਪਿਆ ਹੋਇਆ ਸੀ। ਉੱਥੇ ਸਿੱਖੀ ਦਾ ਅਜਾਇਬ ਘਰ ਬਣਿਆ ਹੋਇਆ ਸੀ। ਉਹ ਅਜਾਇਬ ਘਰ ਜਿਸ ਦੀ ਪ੍ਰਦਰਸ਼ਨੀ ਆਪਾਂ ਇੱਥੇ ਸਾਰੇ ਲਾਉਂਦੇ ਸੀ। ਮੇਰਾ ਮਨ ਗਦਗਦ ਇੰਨਾ ਹੋਇਆ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੇਰੇ ਵੀਰੋ, ਤੁਸੀਂ ਸਿੱਖ ਮਿਸ਼ਨਰੀ ਕਾਲਜ ਨਾਲ ਕੋਈ ਸਾਂਝ ਪਾਈ ਹੋਈ ਹੈ? ਕਹਿੰਦੇ ਨਹੀਂ ਜੀ, ਨਿੱਜੀ ਤੌਰ ਤੇ ਤਾਂ ਅਸੀਂ ਕਿਸੇ ਨੂੰ ਨਹੀਂ ਜਾਣਦੇ, ਪਰ ਅਸੀਂ ਗੁਰੂ ਘਰ ਦਾ ਡਿਸਿਪਲਿਨ ਇਹ ਬਣਾਇਆ ਹੋਇਆ। 20 ਸਾਲ ਪੁਰਾਣੀ ਗੱਲ ਜੋ ਮੈਂ ਤੁਹਾਨੂੰ ਇਹ ਦੱਸਣ ਲਈ ਦੱਸ ਰਹੀ ਹਾਂ ਕਿ ਜਦੋਂ ਗੁਰਮਤ ਦੀ ਕਸਵੱਟੀ ਦੀ ਬਾਤ ਆਉਂਦੀ ਹੈ, ਕੋਈ ਸੰਸਥਾ ਜਦੋਂ ਪ੍ਰੈਕਟੀਕਲੀ ਕੁਝ ਪ੍ਰਚਾਰ ਦਾ ਮਾਧਿਅਮ ਲੈ ਕੇ ਤੁਰਨਾ ਚਾਹੁੰਦੀ ਹੈ, ਜਿਵੇਂ ਯੂਰਪ ਦੇ ਵਿੱਚ ਬੈਠੀ ਅੱਜ ਸਿੱਖ ਮਿਸ਼ਨਰੀ ਕਾਲਜ ਦਾ ਲਿਟਰੇਚਰ ਤੇ ਕਾਲਜ ਦੀ ਪ੍ਰਦਰਸ਼ਨੀ ਲੈ ਕੇ ਤੁਰ ਰਹੀ ਹੈ, ਤੇ ਮੇਰੇ ਵੀਰੋ, ਇਹ ਪ੍ਰਦਰਸ਼ਨੀਆਂ ਹਰ ਮੁਲਕ, ਹਰ ਸਟੇਟ, ਹਰ ਸ਼ਹਿਰ ਵਿੱਚ ਪਹੁੰਚ ਜਾਣੀਆਂ ਚਾਹੀਦੀਆਂ ਨੇ। ਤੇ ਸਾਨੂੰ ਵੱਡੀ ਤਿਆਰੀ ਕਰਕੇ ਜੋ ਪ੍ਰਚਾਰ ਦਾ ਪ੍ਰੋਗਰਾਮ ਆਪਾਂ ਪਹਿਲਾਂ ਉਲੀਕਿਆ ਸੀ, ਉਸ ਤੋਂ ਅੱਗੇ ਤੇਜ਼ ਕਰਕੇ ਤੁਰਨਾ ਚਾਹੀਦਾ। ਵੀਰ ਜੀ, ਮੈਂ ਬਿਲਕੁਲ ਸਹਿਮਤ ਹਾਂ। ਇਸ ਵੇਲੇ ਹਾਲ ਭਰਿਆ, ਵਰਕਸ਼ਾਪ ਦਾ ਪਰਪਸ ਸਾਡਾ ਪੂਰਾ ਨਹੀਂ ਹੁੰਦਾ ਜਦ ਤੱਕ ਆਪਾਂ ਆਦਾਨ ਪ੍ਰਦਾਨ ਨਹੀਂ ਕਰਦੇ, ਪਰ ਆਪਾਂ ਵਾਅਦਾ ਕਰੀਏ ਆਉਂਦੇ ਸਮੇਂ ਵਿੱਚ ਅਸੀਂ ਮਹੀਨੇ ਦੀ ਇੱਕ ਅਲੱਗ-ਅਲੱਗ ਇਲਾਕੇਵਾਰ ਵਰਕਸ਼ਾਪ ਕਰਕੇ ਆਪਾਂ ਕੁਝ ਲੈਣ ਦੇਣ ਦੀ ਬਾਤ ਕਰਦੇ ਹਾਂ, ਕੁਝ ਟਾਰਗੇਟ ਮਿਲ ਕੇ ਆਪਣੇ ਹੋਮਵਰਕ ਤੈਅ ਕਰੀਏ, ਤੇ ਅਗਲੇ ਸਾਲ ਜਦੋਂ ਇੱਥੇ ਮਿਲ ਗਏ ਫਿਰ
ਆਪਾਂ ਲੇਖਾ ਜੋਖਾ ਵੀ ਕਰੀਏ, ਕਿਉਂਕਿ ਸਮਾਂ ਘੱਟ ਹੈ, ਖਜ਼ਾਨਾ ਬਹੁਤ ਵੱਡਾ ਹੈ ਤੇ ਸਾਡੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਨੇ। ਅੱਜ ਸੰਸਾਰ ਜਿਨ੍ਹਾਂ ਹਾਲਾਤਾਂ ਵਿੱਚ ਹੈ, ਸਿੱਖ ਕੌਮ ਦੀ ਅਗਵਾਈ ਦੀ ਬਹੁਤ ਵੱਡੀ ਲੋੜ ਹੈ, ਪਰ ਅਸੀਂ ਨਿਮਾਣੇ ਹੋ ਕੇ ਉਹੀ ਅਰਦਾਸ ਲੈ ਕੇ ਮਨ ਨੀਵਾਂ ਮੱਤ ਉੱਚੀ ਕਰਦਿਆਂ ਹੋਇਆਂ ਕਦੇ ਭਾਈ ਕਨ੍ਹਈਆ ਵਾਲੀ ਨਗਰ, ਕਦੇ ਨਵਾਬ ਕਪੂਰ ਸਿੰਘ ਵਾਲੀ ਨਗਰ ਤੇ ਕਦੇ ਭਾਈ ਤਾਰੂ ਸਿੰਘ ਵਰਗਾ ਉਤਸ਼ਾਹ ਲੈ ਕੇ ਤੁਰੇ ਤੇ ਸੱਚਮੁੱਚ ਘਰ ਘਰ ਅੰਦਰ ਧਰਮਸ਼ਾਲ ਉਹਦੇ ਕੀਰਤਨ ਸਦਾ ਵਸੂਆਂ ਦੀ ਬਾਤ ਪੂਰੀ ਹੋਏਗੀ। ਔਰ ਇੱਕ ਗੱਲ ਮੈਂ ਬਾਰ-ਬਾਰ ਫਿਰ ਆਖਾਂਗੀ, ਇਹ ਪ੍ਰਚਾਰ ਪ੍ਰਕਾਸ਼ ਹੈ। ਜਿੰਨਾ ਜਿੰਨਾ ਅਸੀਂ ਅੰਦਰ ਉਤਰਾਂਗੇ, ਜਿੰਨਾ ਜਿੰਨਾ ਬਾਣੀ ਨਾਲ ਸਾਂਝ ਪਾ ਕੇ, ਜਿੰਨਾ ਜਿੰਨਾ ਅਸੀਂ 32 ਸੁਲੱਖਣੀ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰ ਕੇ ਅੱਗੇ ਤੁਰਾਂਗੇ, ਉਨੀ ਉਨੀ ਖੁਸ਼ਬੂ ਵਧੇਗੀ, ਉਨਾ ਸੰਸਾਰ ਤੁਹਾਡੇ ਗੁਲਾਮੀ ਵਿੱਚ ਆਵੇਗਾ। ਇਹ ਅਭਿਮਾਨ ਨਹੀਂ ਪਾਲਣਾ, ਪਰ ਇਹ ਲਾਲਚ ਜ਼ਰੂਰ ਪਾਲਣਾ ਹੈ ਕਿ ਇਸ ਬੈਨਰ ਨੂੰ ਵੇਖ ਕੇ ਵਹੀਰਾ ਕਰਕੇ ਨੂੰ ਤੁਰ ਕੇ ਆਉਣ ਕਿ ਉੱਥੇ ਸੱਚ ਦੀ ਬਾਤ ਹੁੰਦੀ ਹੈ, ਉੱਥੇ ਜੁਗਤ ਦੀ ਬਾਤ ਹੁੰਦੀ ਹੈ ਤੇ ਉੱਥੇ ਜੀਵਨ ਦੀ ਪ੍ਰਾਪਤੀ ਦੀ ਬਾਤ ਹੁੰਦੀ ਹੈ। ਤੇ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੀਲੇ, ਨਾਨਕ ਹੱਥ ਬਾਪੇ ਮਿਲੇ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣ। ਮੈਂ ਆਪਣੀਆਂ ਚੜ੍ਹਦੀ ਕਲਾ ਵਿੱਚ ਗੁਰੂ ਸਾਹਿਬ ਤੋਂ ਗਵਾਹੀ ਲੈਣੀ ਹੈ ਤੇ ਮੈਂ ਤੇ ਕੇਵਲ ਇਹੀ ਆਖ ਸਕਦੀ ਹਾਂ, ਮੇਰਾ ਕੇਵਲ 2 ਤੁਕਾਂ ਬੋਲੇ, ਟਾਈਮ ਬਹੁਤ ਥੋੜਾ ਹੈ। जान तू मेरे वल है ता क्या मोह छंदा, जान तू मेरे वल है ता क्या मोह छंदा, जान तू मेरे सब किछ मैनू सौंपिया जा तेरा बंदा, तुझ सब किछ मैनू सौंपिया जा तेरा बंदा, लक्ष्मी तोट न आवई खाए खर्च रहंदा, लक्ष्मी तोट न आवई खाए खर्च रहंदा, 184 मेदनी सब सेवक रहंदा, 184 मेदनी सब सेवक रहंदा, ए वैरी मित्र सब कीतिया न मंगे मंदा, वैरी मित्र सब कीतिया न मंगे मंदा, लेखा कोई न पूछे जहाँ बख्शंदा, लेखा कोई न पूछे जहाँ बख्शंदा, आनंद पिया सुख पाया मेरे गुरु गोविंदा, आनंद पिया सुख पाया मेरे गुरु गोविंदा, सबे काज सवारिए जो तुझ पावंदा।